ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਅਨਿਕ ਜਤਨ ਕਰ ਹਿਰਦੈ ਰਾਖਿਆ, ਰਤਨ ਨ ਛਪੈ ਛਪਾਇਆ। ਹਰ ਗੁਣ ਕਹਤੇ ਕਹਿਨ ਨ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਰਹਾਉ ਰਸਨਾ ਰਮਤ, ਸੁਨਤ ਸੁਖ ਸ਼ਰਮਨਾ। ਚਿਤ ਚੇਤੇ ਸੁਖ ਹੋਈ, ਕਉ ਭੀਖਣ ਦੋਇ ਨੈਣ ਸੰਤੋਖੇ। ਜਾਂ ਦੇਖਾਂ ਤਾਂ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਸੋਰਠ ਰਾਗ ਦੇ ਸਭ ਤੋਂ ਅਖੀਰਲਾ ਸ਼ਬਦ ਭਗਤ ਭੀਖਣ ਜੀ ਦਾ ਇਹ ਹੈ। ਜਿਸ ਸ਼ਬਦ ਦੇ ਅੰਦਰ ਭਗਤ ਭੀਖਣ ਜੀ ਬੜੇ ਹੀ ਪਿਆਰ ਵਿੱਚ ਭਿੱਜ ਕੇ ਸਾਨੂੰ ਜਗਿਆਸੂਆਂ ਨੂੰ ਸਮਝਾ ਰਹੇ। ਹਰ ਗੁਣ ਕਹਤੇ ਕਹਿਨ ਨ ਜਾਈ। ਹਰੀ ਦੇ ਗੁਣ ਕਹਤੇ ਕਹਿਣ ਦੇ ਨਾਲ ਕਹੇ ਨਹੀਂ ਜਾ ਸਕਦੇ। ਜੇ ਕੋਈ ਯਤਨ ਕਰੇ ਕਿ ਮੈਂ ਹਰੀ ਦੇ ਗੁਣਾਂ ਨੂੰ ਬਿਆਨ ਕਰਾਂ, ਇਹ ਕੀਤੇ ਨਹੀਂ ਜਾ ਸਕਦੇ। ਗੁਰਬਾਣੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਜਿਹਵਾ ਏਕ ਕਮਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਈਐ। ਹਰ ਗੁਣ ਕਹਤੇ ਕਹਿਨ ਨ ਜਾਈ। ਕਬੀਰ ਜੀ ਵਰਗੀ ਮਹਾਨ ਆਤਮਾ ਨੇ ਕਿਹਾ, ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ। ਬਸੁਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨ ਜਾਏ। ਕਬੀਰਾਜ ਜੀ ਨੇ ਕਿਹਾ, ਕਾਗਜ਼ ਦੀਪ ਸਭੇ ਕਰਕੇ, ਅਰ ਸਾਤ ਸਮੁੰਦਰਨ ਕੀ ਮਸ ਕਹਿ। ਕਾਟ ਬਨਾਸਪਤੀ ਸਗਰੀ, ਲਿਖਬੇ ਹੂੰ ਕੋ ਲੇਖਨ ਕਾਜ ਬਨੈ ਹੂੰ। ਸਾਰਸਵਤੀ ਭਗਤਾ ਕਰਕੇ, जुग कोट गणेश के हाथ लिखै हो। काल कृपान बिना बिनती, ना तो तुमको प्रभ नैक रिजाऊं। हर गुण कहते ਕਹਿ न ਜਾਈ। ਭਾਵ ਜੇ ਕੋਈ ਇਸ ਜੀਭਾ ਦੇ ਨਾਲ ਉਸ ਪਰਮਾਤਮਾ ਦੇ ਗੁਣਾਂ ਨੂੰ ਵਰਣਨ ਕਰਨਾ ਚਾਹੇ, ਕਰ ਨਹੀਂ ਸਕਦਾ। ਕਹਿਣ ਦਾ ਮਤਲਬ ਉਸ ਦੇ ਗੁਣ ਇਤਨੇ ਜ਼ਿਆਦਾ। ਫਿਰ ਅੱਗੇ ਦੱਸਿਆ, ਜੈਸੇ ਗੂੰਗੇ ਕੀ ਮਠਿਆਈ। ਹੁਣ ਮਠਿਆਈ ਤੇ ਮਿੱਠੀ ਹੈ ਹੀ, ਪਰ ਜੇ ਗੂੰਗਾ ਪੁਰਸ਼ ਖਾ ਲਵੇ, ਮਿੱਠੀ ਉਹਨੂੰ ਵੀ ਲੱਗੀ ਹੈ। ਪਰ ਜੇ ਉਹਨੂੰ ਕੋ ਕਹੇ ਵੀ ਦੱਸ ਕਿੰਨੀ ਕੁ ਮਿੱਠੀ ਲੱਗੀ ਹੈ, ਉਹ ਵਿਚਾਰਾ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਪਾਤਸ਼ਾਹ ਨੇ ਕਿਹਾ, ਇਹ ਪਰਮਾਤਮਾ ਦਾ ਨਾਮ ਰੂਪੀ ਪਦਾਰਥ ਰਸ ਜਿਸ ਨੇ ਵੀ ਚੱਖਿਆ, ਉਹ ਇਹਦਾ ਬਿਆਨ ਨਹੀਂ ਕਰ ਸਕਦਾ। ਜਿਨ ਹਰ ਪਾਇਓ ਤਿਨੈ ਛਪਾਇਓ। ਆਖਿਆ ਜਿਨ੍ਹਾਂ ਨੇ ਇਸ ਹਰੀ ਰਸ ਨੂੰ ਪਾਇਆ, ਪ੍ਰਾਪਤ ਕੀਤਾ, ਉਹਨਾਂ ਨੇ ਪ੍ਰਗਟ ਨਹੀਂ ਕੀਤਾ। ਕਿਉਂਕਿ ਜਿਨ੍ਹਾਂ ਨੇ ਪ੍ਰਗਟ ਕੀਤਾ, ਉਹਨਾਂ ਨੇ ਪਾਇਆ ਨਹੀਂ। ਮੇਰੇ ਇੱਕ ਬਜ਼ੁਰਗ ਬਖਸ਼ੀ ਰਾਮ ਜੀ ਮਰਵਾ ਕਿਹਾ ਕਰਦੇ ਸਨ, ਗਿਆਨੀ ਜੀ ਸਾਈਂ ਲੋਕ ਨੇ ਉੱਥੇ ਰਹਿੰਦੇ ਜਿੱਥੇ ਰਹਿਣ ਅਕਲ ਦੇ ਅੰਨੇ। ਨਾ ਕੋਈ ਉਹਨਾਂ ਦੀ ਰਮਜ਼ ਪਛਾਣੇ, ਨਾ ਕੋਈ ਉਹਨਾਂ ਨੂੰ ਮੰਨੇ। ਉਹ ਤਾਂ ਪ੍ਰਗਟ ਹੀ ਨਹੀਂ ਕਰਦਾ। ਨਾਲ ਹੀ ਉਹ ਦਲੀਲ ਦਿਆ ਕਰਦਾ, ਜਿਸ ਤਰ੍ਹਾਂ ਅਸੀਂ ਦੁਨਿਆਵੀ ਲੋਕ ਆਪਣੇ ਪੈਸਿਆਂ ਨੂੰ, ਆਪਣੇ ਧਨ ਨੂੰ ਲੁਕੋ ਲੁਕੋ ਕੇ ਰੱਖਦੇ,
ਕਿਸੇ ਨੂੰ ਪਤਾ ਨਾ ਲੱਗ ਜਾਏ, ਕੋਈ ਲੁੱਟਣ ਵਾਲਾ ਨਾ ਆ ਜਾਏ। ਮੈਂ ਕਈ ਵਾਰੀ ਕਹਿਣਾ, ਜੇ ਤੁਹਾਨੂੰ ਮੈਨੂੰ ਕੋਈ ਪੁੱਛੇ ਭਾਈ ਸਾਹਿਬ ਤੁਹਾਡੀ ਜੇਬ 'ਚ ਕਿੰਨੇ ਪੈਸੇ ਨੇ, ਤੁਸੀਂ ਦੱਸੋਗੇ? ਤੁਸੀਂ ਕਹੋਗੇ ਤੈਨੂੰ ਕੀ, ਪੈਸੇ ਮੇਰੇ ਕੋਲ ਨੇ, ਜਿੰਨੇ ਹੈਗੇ ਨੇ ਮੈਨੂੰ ਪਤਾ, ਤੂੰ ਕੀ ਲੈਣਾ। ਸੱਚਮੁੱਚ ਇਸੇ ਤਰ੍ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਇਆ, ਉਹ ਇਹ ਗੱਲ ਕਹਿ ਰਹੇ ਨੇ, ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਕੋਈ ਹਰੀ ਦੇ ਗੁਣਾਂ ਨੂੰ ਕਹਿਣ ਦਾ ਯਤਨ ਕਰੇ, ਕਹਿ ਨਹੀਂ ਸਕਦਾ। ਜਿਵੇਂ ਗੂੰਗਾ ਪੁਰਸ਼ ਮਠਿਆਈ ਖਾ ਕੇ ਉਹਦੇ ਮਿਠਾਸ ਨੂੰ ਮਾਣਦਾ ਤੇ ਹੈ, ਪਰ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਅਮਰਦਾਸ ਜੀ ਨੂੰ ਪੁੱਛੋ, ਹਰ ਨਾਮ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹਿ, ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਸੱਚਮੁੱਚ ਹਰੀ ਦਾ ਨਾਮ ਜਪ ਕੇ ਹਰੀ ਦਾ ਰੂਪ ਤੇ ਬਣ ਜਾਂਦਾ ਜਪਣ ਵਾਲਾ, ਪਰ ਉਹ ਦੱਸ ਨਹੀਂ ਸਕਦਾ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਸਾਲਾ ਹੀ ਸਾਲਾ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ। ਆਖਿਆ ਸਲਾਉਣ ਵਾਲੇ ਪਰਮਾਤਮਾ ਦੇ ਨਾਮ ਨੂੰ ਸਲਾਉਂਦੇ ਨੇ, ਪਰ ਇਤਨੀ ਸੁਰਤ ਸੋਝੀ ਨਹੀਂ ਕਿ ਉਹ ਬਿਆਨ ਕਰ ਸਕਣ। ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ। ਨਦੀਆਂ ਅਤੇ ਵਾਹ, ਭਾਵੇਂ ਸਮੁੰਦ ਨਾ ਜਾਣੀ ਹੈ। ਸਾਡੀ ਬਦਕਿਸਮਤੀ ਕਿ ਜਪਜੀ ਸਾਹਿਬ ਦੀ ਬਾਣੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੁੱਖ ਬਾਣੀ ਰੋਜ਼ ਪੜ੍ਹਦੇ ਵੀ, ਪਰ ਅਸੀਂ ਉਹਦੀ ਵਿਚਾਰ ਨਹੀਂ ਕਰਦੇ। ਗੁਰੂ ਨਾਨਕ ਪਾਤਸ਼ਾਹ ਨੇ ਕਿੱਡੀ ਵੱਡੀ ਗੱਲ ਕਹੀ ਹੈ, ਸਾਡਾ ਕੰਮ ਉਸ ਦਾ ਸਿਮਰਨ ਕਰਨਾ, ਇਹ ਦੱਸਣਾ ਨਹੀਂ ਕਿ ਰੱਬ ਕਿੱਡਾ ਵੱਡਾ, ਕਿਉਂਕਿ ਕੋਈ ਦੱਸ ਹੀ ਨਹੀਂ ਸਕਦਾ। ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ। ਨਦੀਆਂ ਅਤੇ ਵਾਹ, ਭਾਵੇਂ ਸਮੁੰਦ ਨਾ ਜਾਣੀਏ। ਜਿਵੇਂ ਨਦੀਆਂ ਤੇ ਨਾਲੇ ਚਲਦੇ ਚਲਦੇ ਸਮੁੰਦਰ ਵਿੱਚ ਜਾ ਪੈਂਦੇ ਨੇ, ਉਹ ਫਿਰ ਕੀ ਬਣ ਜਾਂਦੇ ਨੇ, ਸਮੁੰਦਰ। ਤੇ ਕਦੇ ਉਹਨਾਂ ਨੇ ਆ ਕੇ ਦੱਸਿਆ ਵੀ ਸਮੁੰਦਰ ਕਿੱਡਾ ਵੱਡਾ। ਸੱਚਮੁੱਚ ਭਗਤ ਜੀ ਨੇ ਬਹੁਤ ਉੱਚੀ ਗੱਲ ਕਹੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਤਨੀ ਸੁੰਦਰ ਮੋਹਰ ਲਾਈ। ਆਖਿਆ ਸਿਮਰਨ ਹੀ ਸਭ ਤੋਂ ਉੱਤਮ ਹੈ। ਸਾਡਾ ਕੰਮ ਸਿਮਰਨ ਕਰਨਾ। ਸਿਮਰਨ ਦੀ ਬਰਕਤ ਨੂੰ, ਵਡਿਆਈ ਨੂੰ ਦੱਸਦੇ ਪਾਤਸ਼ਾਹ ਕਿਤਨਾ ਕੁਝ ਕਹਿੰਦੇ, ਜੇ ਕੋਈ ਸਮੁੰਦ ਸ਼ਾਹ ਸੁਲਤਾਨ, ਸੁਲਤਾਨ ਕਹਿੰਦੇ ਨੇ ਬਾਦਸ਼ਾਹ ਨੂੰ, ਕਈ ਸਮੁੰਦਰਾਂ ਦਾ ਸ਼ਾਹ ਬਾਦਸ਼ਾਹ ਹੋ ਜਾਏ, ਭਾਵ ਇਤਨੇ ਲੰਬੇ ਚੌੜੇ ਰਾਜ ਦਾ ਮਾਲਕ ਹੋ ਜਾਏ। ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਪਹਾੜਾਂ ਜਿੰਨੀ ਦੌਲਤ ਦਾ ਵੀ ਮਾਲਕ ਹੋ ਜਾਏ, ਪਰ ਕੀੜੀ ਤੁਲ ਨਾ ਹੋਮਨੀ, ਜੇ ਤਿਸ ਮਨੋ ਨ ਵੀਸਰੈ। ਆਖਿਆ ਉਸ ਕੀੜੀ ਦੇ ਬਰਾਬਰ ਵੀ ਨਹੀਂ ਜਿਸ ਕੀੜੀ ਦੇ ਮਨੋਂ ਪਰਮਾਤਮਾ ਦਾ ਸਿਮਰਨ ਨਹੀਂ ਭੁੱਲਦਾ। ਇਸੇ ਲਈ ਪਾਤਸ਼ਾਹ ਨੇ ਜਿਸ ਨੂੰ ਬਖਸ਼ੇ
ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਤੋ ਸਾਡਾ ਮਕਸਦ ਹਰੀ ਦੇ ਗੁਣ ਗਾਇਨ ਕਰਨਾ, ਨਾ ਕਿ ਹਰੀ ਦੇ ਗੁਣਾਂ ਦਾ ਅੰਤ ਪਾਉਣਾ। ਇਹ ਪਾਇਆ ਹੀ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਇਹ ਰਸ ਆਇਆ ਉਹ ਇਸ ਰਸ ਵਿੱਚ ਗੜੂੰਦ ਹੋ ਗਏ। ਉਹਨਾਂ ਨੇ ਆਪਾ ਗਵਾ ਲਿਆ, ਪਰ ਉਹ ਵਰਣਨ ਨਹੀਂ ਕਰ ਸਕਦੇ। ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਜੇਵਾ ਏਕ ਕਮਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਈਐ। ਜਪਜੀ ਸਾਹਿਬ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਕੌਣ ਉਹਦਾ ਅੰਤ ਪਾ ਸਕਦਾ? ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੇ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਏ, ਤਾਕੇ ਅੰਤ ਨ ਪਾਏ ਜਾਏ। ਇਹ ਅੰਤ ਨ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡਾ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਫਿਰ ਆਖਿਆ ਜੇ ਵੱਡਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਹਰ ਗੁਣ ਕਹਿਤੇ ਕਹਿਣ ਨ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਕੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹਾਂ, ਭਗਤ ਭੀਖਣ ਜੀ ਕਹਿੰਦੇ ਨੇ ਐਸਾ ਨਾਮ ਰਤਨ ਨਿਰਮੋਲਕ। ਐਸਾ ਇਹੋ ਜਿਹਾ ਪਰਮਾਤਮਾ ਦਾ ਨਾਮ ਰੂਪੀ ਰਤਨ ਨਿਰਮੋਲਕ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਐਸਾ ਨਾਮ ਰਤਨ ਨਿਰਮੋਲਕ। ਪੁੰਨ ਪਦਾਰਥ ਪਾਇਆ। ਆਖਿਆ ਪੁੰਨ ਪਦਾਰਥ, ਪੁੰਨ ਪੁੰਨ ਦੇ ਨੰਨੇ ਨੂੰ ਸਿਆਰੀ। ਪੁੰਨ ਨਾਲ ਭਾਗਾਂ ਨਾਲ ਕਿਸੇ ਖੁਸ਼ਕਿਸਮਤ ਨੇ ਇਹ ਪ੍ਰਾਪਤ ਕੀਤਾ। ਭਾਵ ਜਿਨ੍ਹਾਂ ਨੂੰ ਇਹ ਪ੍ਰਾਪਤ ਹੁੰਦਾ ਹੈ ਉਹ ਬਹੁਤ ਵੱਡੇ ਭਾਗਾਂ ਵਾਲੇ ਨੇ। ਇਸ ਲਈ ਮਹਾਰਾਜ ਕਹਿੰਦੇ ਨੇ ਵੱਡੇ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭ੍ਰਮ ਚੋਟਾਂ ਖਾਵੇਂ। ਬਿਨ ਭਾਗਾਂ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀਓ। ਐਸਾ ਨਾਮ ਰਤਨ ਨਿਰਮੋਲਕ। ਪੁੰਨ ਪਦਾਰਥ ਪਾਇਆ। ਕਿਸੇ ਨੇ ਬਹੁਤ ਵੱਡੇ ਪੁੰਨ ਕੀਤੇ ਹੋਣ, ਕੋਈ ਬਹੁਤ ਚੰਗੇ ਕੰਮ ਕੀਤੇ ਹੋਣ। ਜਿਵੇਂ ਆਮ ਤੌਰ 'ਤੇ ਲੋਕ ਕਹਿੰਦੇ ਨੇ ਤੁਸੀਂ ਤਾਂ ਜੀ ਕੋਈ ਬਹੁਤ ਪੁੰਨ ਬੀਜੇ ਹੋਏ ਨੇ, ਬੜੇ ਚੰਗੇ ਕੰਮ ਕੀਤੇ ਹੋਏ ਨੇ, ਤੁਹਾਨੂੰ ਗੁਰੂ ਘਰ ਦੀ ਲਗਨ ਹੈ, ਬਾਣੀ ਪੜ੍ਹਨ ਦਾ ਪ੍ਰੇਮ ਹੈ, ਤੁਹਾਡੇ ਪਰਿਵਾਰ ਵਿੱਚ ਬਾਣੀ ਦਾ ਪ੍ਰੇਮ, ਤੁਸੀਂ ਬੜੇ ਭਾਗਾਂ ਵਾਲੇ ਹੋ। ਤੋ ਭਗਤ ਭੀਖਣ ਜੀ ਕਹਿੰਦੇ ਨੇ ਐਸਾ ਨਾਮ ਰਤਨ ਨਿਰਮੋਲਕ। ਪੁੰਨ ਪਦਾਰਥ ਪਾਇਆ। ਬਈ ਬਹੁਤ ਪੁੰਨਾ ਕਰਕੇ, ਬਹੁਤ ਕਿਸੇ ਨੇ ਚੰਗੇ ਕੰਮ ਕੀਤੇ ਹੋਣ, ਫਿਰ ਉਹਨੂੰ ਪਰਮਾਤਮਾ ਦਾ ਨਾਮ ਰੂਪੀ ਪਦਾਰਥ ਮਿਲਦਾ। ਫਿਰ ਨਾਲ ਹੀ ਆਖਿਆ ਅਨਕ ਯਤਨ ਕਰ, ਹਿਰਦੈ ਰਾਖਿਆ, ਰਤਨ ਨ ਛਪੈ ਛਪਾਇਆ। ਆਖਿਆ ਜਿਸ ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਕੋਈ ਲੁਕੋ ਕੇ ਰੱਖਣਾ ਚਾਹੇ, ਲੁਕਦਾ ਵੀ ਨਹੀਂ। ਜਿਵੇਂ ਦੁਨਿਆਵੀ ਧਨ ਬਾਰੇ ਭਾਈ ਗੁਰਦਾਸ ਜੀ ਦੀ ਇੱਕ ਪੰਗਤੀ ਹੈ, ਕਹਿੰਦੇ ਨੇ ਧਨ ਧਰਤੀ ਵਿੱਚ ਦਬੀਏ, ਮਸਤਕ ਨੀਸਾਣੇ। ਜੇ ਕੋਈ ਬੰਦਾ ਧਨੀ ਹੈ, ਭਾਵੇਂ ਉਹ ਆਪਣਾ ਧਨ ਕਿਤਨਾ ਲੁਕੋ ਕੇ ਰੱਖੇ, ਤੇ ਲੁਕੋ ਕੇ ਰੱਖਣ ਲਈ ਬਾਹਰੋਂ ਕੱਪੜੇ ਵੀ ਪਾਟੇ ਪੁਰਾਣੇ ਤੇ ਗਰੀਬ ਬਣਿਆ ਰਹੇ,
पर उस धन की जिहड़ी मस्ती है ना वो लुकोई नहीं जा सकती। सचमुच इसे तरह भगत भीखण जी कहते हैं, पहली गल तो परमात्मा का नाम रूपी रतन जो निर्मोलक है, ये बहुत बड़े भागां करके प्राप्त होंदा, ते जिस भागां वाले नूं प्राप्त हो जाए, अनक जतन कर हिरदै राखिया। हिरदै दे दद्दे नूं दो लावां ने, कोई बहुत यतन करके पड़दे पा के इनू लुको के रखना चाहे, रतन न छपै छपाया। ये परमात्मा का नाम रूपी रतन लुकोया लुकोया भी नहीं जा सकता। बाणी च पंक्ति आती है, रतन लुकाया लुकै नाही, जे को रखै लुकाई। जेनू कोई लुकाना चाहे, नाम जपण वाले दी शोभा, ਉਹਦੇ ਕੰਮ, ਉਹਦੀ ਬੋਲ ਬਾਣੀ, ਉਹਦੇ ਜੀਵਨ ਦਾ ਪ੍ਰਭਾਵ ਸੁਤੇ ਸਿੱਧ ਹੀ ਉਹਨੂੰ ਪ੍ਰਗਟ ਕਰ ਦਿੰਦਾ, ਇਹ ਲੁਕੋਇਆ ਨਹੀਂ ਜਾ ਸਕਦਾ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਅਨਕ ਜਤਨ ਕਰ ਹਿਰਦੈ ਰਾਖਿਆ, रतन न छपै छपाया। हर गुण कहते कह न जाई, जैसे गूंगे की मिठाई। ये ठीक है कि इस रतन की कदर कीमत वही जानते हैं जेड़े रतना की व्यापार करने वालियां की संगत करते। गुरसागर रतनी भरपूरे, अमृत संत चुगै नहीं दूरे। हर रस चोग चुगै प्रभ भावै, सरवर में हंस प्राण पद पावै। क्या बग बपड़ा छपड़ी नाए, कीचड़ डूबे मैल न जाए। आख्या रतन की पछाण भी उन्हां नूं हुंदी है जिहड़े रत्नां की पछाण करन वालियां कोल बैठदे। मैं एक साखी बड़ी सिक्ख्यादायक पढ़ी। कहते ने किसी शहर में एक जौहरी सी, जिहदा कारोबार सी हीरे रतन जवाहर बेच। बड़ा अमीर सी, चंगा उहदा कारोबार सी, इकलौता बेटा सी। ते वो बेटे नूं प्रेरिया करे, भाई तू मेरे कोल दुकान ते बैठिया कर, काम विच दिलचस्पी लिया कर। पर उस बच्चे नूं अपने पिता की अमीरी का नशा सी। आंदा पिता जी एवें तुसीं कहंदे हो, काम तो कोई है ही नहीं, ये है वो है। नतीजा की निकलिया, पिता समझाउंदा रहा, वो समझिया नहीं। कुछ समा पा के पिता की मौत हो गई, पिता की डेथ हो गई। हुण वो बच्चा कला रह गया। थोड़े समय विच पिता की कीती हुई कट्ठी रास पूंजी कमाई खत्म हो गई, घर विच गरीबी आ गई। हुण मां पुत्र बड़े दुखी ने। मां एक दिन कहन लगी, देख पुत्र, तेरे पिता दे हुंदियां साडे घर विच किन्नियां मौजां सन, असीं किन्ने अमीर सां, ते हुण सानूं रोटी दा भी फिकर पै गई। ऐं कर, मेरे कोल एक रतन है जिहड़ा मैं तेरे पिता तो चोरी लुको के रखिया होया। तेरे पिता दे पग वट भरा हन, वो हीरियां दे आड़ती बंबई विच रहिंदे हन। तेरे पिता नाल उन्हां दा बड़ा प्रेम है। आ रतन तू लै जा ते उन्हां कोल जाके वेच आ, ते जिहड़े पैसे मिलणगे भाई अपना गुजारा करांगे। साध संगत बड़ी सिक्ख्यादायक बात। ये पुत्र अपने माता का प्रेरिया होया, वो लैके बंबई शहर विच उहदे दसे एड्रैस से पहुँच गया। मिलिया, कहने लगा, अंकल जी, चाचा जी, मेरे पिता जी की डेथ हो गई। उन्होंने बड़ा अफसोस किया। आओ फिर किमें आए? कहने लगे, मैं इसलिए आया
कि मेरी माता ने यह मैनू रतन दिता। आख्या तू जाके उन्हां कोल बेचिया। वो बंदा बहुत सियाणा सी, उन्होंने बड़ा तरस आया भी मेरे मित्र का पुत्र अज गरीबी की हालत विच आया। कहन लगे पुत्र ये जिहड़ा रतन तू लिया बड़ा कीमती, पर साडे कोल हाली इहदी कीमत देण जोगे पैसे नहीं। तू इउं कर, इस रतन नूं सील मोहर करके अलमारी विच रख दे। अलमारी नूं 2 जंदरे ला दी, एक चाबी तू रख, एक चाबी साडे कोल रहण दे। ते तू बंबई पहली बारी आया ते बंबई तू कदे देखी नहीं, तू 2 4 10 दिन बंबई की सैर कर ले। शायद उदों तक साडे कोल इस हीरे की कीमत देण जोगे पैसे आ जाण। 2 4 दिन उस बच्चे ने सवेरे उठना ते उस पिता दे मित्र ने उन्होंने 100 रुपया दे देना, जा तू सैर कर। 1 2 4 दिन उन्हें सैर की, थक गया। आंदा अंकल जी मेरी माँ तो मैनू उड़ीक के मर जाएगी, तुहाडी भी मजबूरी है, तुहाडे कोल इहदी कीमत नहीं है, जे तुसीं इजाजत दिओ मैं तुहाडी दुकान ते बैठ जाया कर। वो सज्जन बड़ा सियाणा सी, हमदर्द सी। आखणगा बेटा ये दुकान ही तेरी है, तेरा पिता साडा बड़ा मित्र सी, तू बैठ दुकान ते। लो, जिस बच्चे ने पिता दे आख्यां ते नहीं बैठा पर अज उन्होंने प्रेरणा आई, वो बैठन लग पिया। हुण हीरियां वाली दुकान ते हीरियां दा ही व्यापार हुंदा है, लैण देण हुंदा है। वो कोल बैठा वेखदा है भी चंगे हीरे की पछाण की है, घटिया दी की है, वधिया दी की है, उसदा मुल किवें पाईदा। उन्होंने काफ़ी समझ आ गई। उस सियाणे जौहरी ने पछाण लिया भी हुण इहनूं समझ आ गई। कहण लगे पुत्तर वो चाबी लिया, अपनी चाबी लाई, उहदे वाला हीरा जो सील मोहर करके रखिया सी वो कढ़िया, खोलिया। आख्या देख बेटा यदि कोई सील हिली होई तो नहीं? कहता नहीं जी वो जो कढ़िया ਉਹਦੀਆਂ ਲੀਰਾਂ कपड़ा लाया तो विचों कढ़िया। कहना ਉਹ अंकल जी ये तो हीरा है ही नहीं, तो पत्थर है। उस जौहरी नूं समझ आ गई कि हुण इहनूं पछाण आ गई। कहण लगे बेटा जे उस वेले असीं तैनूं कहंदे पत्थर है, तू कहना सी मैनूं इन्हां ने ठग लिया, हुण तैनूं पछाण आ गई। हुण तू इउं कर, जिन्ने हीरे तैनूं चाहीदे ने साडे तो लै जा, अपनी पिता की दुकान ते बह के अपना कारोबार कर। साध संगत जी ये मनुखा जन्म भी रतन है, पर असीं इहनूं कौडियां दे भाअ गवाई जाने आ। पर जदों असीं सतसंगियां कोल बैठांगे, गुरमुखां दी संगत करांगे, फिर सानूं इहदी कदर आ जाएगी। गुरु रामदास जी एवें नहीं कहते, ये मनुखा जन्म हीरा है, असीं इहनूं अजाई गवा रहे। परमात्मा का नाम भी हीरा है, जिहदे गुण कहे नहीं जा सकते। हर गुण कहते कह न जाई, जैसे गूंगे की मिठियाई। हुण सवाल पैदा हुंदा है कि इस हीरे नाल, इस रतन नाल जुड़ना किवें? रसना रमत सुनत सुख श्रमना, चित चेते सुख होई। आख्या रसना दे नाल इनू रमत याद करो, रमो, सिमरो। सुनत सुख श्रमना, कन्ना नाल इहदे गुण सुनो, ते चित चेते सुख होई।
ਜਿਹਨੂੰ ਸਦੀਵੀ ਸੁੱਖ ਚਾਹੀਦਾ। ਇਹ ਤਿੰਨ ਤਰੀਕੇ ਨੇ। ਇਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੁਣਿਆ ਸਿੱਧ ਪੀਰ ਸਰਨਾਥ। ਚਾਰ ਪੌੜੀਆਂ ਵਿੱਚ ਸੁਣਨ ਦੀ ਮਹਿਮਾ ਤੇ ਚਾਰ ਵਿੱਚ ਫਿਰ ਮੰਨਣ ਦੀ ਮਹਿਮਾ। ਭਗਤ ਭੀਖਣ ਜੀ ਕਹਿੰਦੇ ਨੇ ਪਿਆਰਿਓ, ਰਸਨਾ ਰਮਤ ਸੁਨਤ ਸੁਖ ਸ਼ਰਮਨਾ, ਚਿਤ ਚੇਤੇ ਸੁਖ ਹੋਈ। ਕਉ ਭੀਖਣ ਦੋਏ ਨੈਣ ਸੰਤੋਖੇ, ਜਾਂ ਦੇਖਾਂ ਤਾਂ ਸੋਈ। ਭਗਤ ਭੀਖਣ ਜੀ ਕਹਿੰਦੇ ਨੇ ਇਸ ਨਾਮ ਰੂਪੀ ਰਤਨ ਨਾਲ ਜੁੜ ਕੇ ਹੁਣ ਮੇਰੇ ਦੋਵੇਂ ਨੈਣ ਸੰਤੋਖੇ, ਸੰਤੁਸ਼ਟ ਹੋ ਗਏ ਨੇ, ਸ਼ਾਂਤ ਹੋ ਗਏ ਨੇ, ਸ਼ੀਤਲ ਹੋ ਗਏ ਨੇ। ਇਹਨਾਂ ਵਿੱਚੋਂ ਮੇਰ ਤੇਰ ਦੀ ਭਾਵਨਾ ਖਤਮ ਹੋ ਗਈ ਹੈ। ਜਾਂ ਦੇਖਾਂ ਤਾਂ ਸੋਈ। ਹੁਣ ਮੈਂ ਜਿੱਧਰ ਵੇਖਦਾ ਮੈਨੂੰ ਉਧਰ ਹੀ ਰੱਬ ਨਜ਼ਰ ਆਉਂਦਾ। ਤਾਂ ਸਾਧ ਸੰਗਤ, ਇਹ ਹੈ ਨਾਮ ਰਤਨ ਦੀ ਮਹਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।